ਅੱਜ ਪਹਿਲੇ ਤੁਹਾਡਾ ਸਾਰਿਆਂ ਮੀਡੀਆ ਜਨਾਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਬੜੇ ਸ਼ਾਰਟ ਨੋਟਿਸ ਤੇ ਤੁਸੀਂ ਪਹੁੰਚੇ ਹੋ ਔਰ ਤੁਹਾਡੇ ਕੋਲੋਂ ਮਾਫੀ ਵੀ ਮੰਗਦੇ ਹਾਂ ਕਿਉਂਕਿ 11 ਵਜੇ ਦਾ ਤੁਹਾਡਾ ਟਾਈਮ ਸੀ। ਸਾਡੇ ਇੱਕ ਮੀਤ ਪ੍ਰਧਾਨ ਸਾਹਿਬ ਦੀ ਥੋੜੀ ਤਬੀਅਤ ਠੀਕ ਨਹੀਂ ਸੀ ਸਾਡੇ ਭਰਤ ਭੂਸ਼ਣ ਜੀ ਦੀ ਤੇ ਉਸ ਕਾਰਨ ਅਸੀਂ ਥੋੜੇ ਲੇਟ ਹੋ ਗਏ ਤੇ ਉਸ ਦੇ ਲਈ ਮਾਫੀ ਮੰਗਦੇ ਹਾਂ। ਦੂਜੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦਾ ਮੇਨ ਵਿਸ਼ਾ ਜਿਹੜਾ ਹੈ ਉਹ ਜਿਹੜਾ ਅੱਜ ਦਾ ਬਰਨਿੰਗ ਇਸ਼ੂ ਚੱਲ ਰਿਹਾ ਹੈ ਸਰੋਰ ਟੋਲ ਪਲਾਜ਼ਾ। ਸਰੋਰ ਟੋਲ ਪਲਾਜ਼ਾ ਦੇ ਕਰਕੇ ਤੁਸੀਂ ਵੇਖਿਆ ਹੋਣਾ ਅਸੀਂ ਪਹਿਲੇ ਵੀ ਜਦੋਂ ਐਲਜੀ ਸਾਹਿਬ ਨੂੰ ਮਿਲੇ ਹਾਂ ਅਸੀਂ ਇੱਕ ਬਰੀਫ ਨੋਟ ਕੀਤਾ ਸੀ, ਬਰੀਫ ਕੀਤਾ ਸੀ ਸਾਰਿਆਂ ਨੂੰ ਕਿ ਅਸੀਂ 1/8 ਨੂੰ ਇੱਕ ਲੈਟਰ ਡਿਵਕਾਮ ਸਾਹਿਬ ਨੂੰ ਦਿੱਤੀ ਸੀ। ਡਿਵਕਾਮ ਸਾਹਿਬ ਨੇ ਉਹ ਸਾਡੀ ਲੈਟਰ ਦੀ ਜਿਹੜੀ ਹੈ ਅੱਗੇ ਉਹਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਨੂੰ 5 ਤਰੀਕ ਨੂੰ ਫਾਰਵਰਡ ਕੀਤੀ ਸੀ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਸੀ ਕਿ 15 ਅਗਸਤ ਆ ਰਿਹਾ, 15 ਅਗਸਤ ਤੋਂ ਬਾਅਦ ਜਿਹੜਾ ਇਹ ਮਸਲਾ ਹੱਲ ਹੋ ਜਾਏਗਾ। ਫਿਰ 15 ਅਗਸਤ ਤੋਂ ਬਾਅਦ ਵੀ ਜਦ ਅਸੀਂ ਦੇਖਿਆ ਮਸਲਾ ਹੱਲ ਨਹੀਂ ਹੋਇਆ, ਸਾਨੂੰ ਪਤਾ ਚੱਲਿਆ ਐਲਜੀ ਸਾਹਿਬ ਆ ਰਹੇ ਨੇ 22 ਤਰੀਕ ਨੂੰ, ਅਸੀਂ ਐਲਜੀ ਸਾਹਿਬ ਨੂੰ ਮਿਲੇ ਹਾਂ। ਐਲਜੀ ਸਾਹਿਬ ਨੇ ਕਿਹਾ ਕਿ ਵਿਦ ਇਨ ਡੇਜ਼ ਜਿਹੜਾ ਇਹ ਮਸਲਾ ਹੱਲ ਕੀਤਾ ਜਾਏਗਾ। ਅੱਜ ਫਿਰ 4 ਦਿਨ ਹੋ ਚੁੱਕੇ ਨੇ ਸਾਨੂੰ ਐਲਜੀ ਸਾਹਿਬ ਨੂੰ ਮਿਲੇ ਦਿਆਂ ਤੇ ਕੱਲ ਅਸੀਂ ਇੱਕ ਅਰਜੈਂਟ ਮੀਟਿੰਗ ਬੁਲਾਈ ਸੀ ਕਿਉਂਕਿ ਅਸੀਂ ਪਿਛਲੇ 1 ਸਾਲ ਸਵਾ ਸਾਲ ਤੋਂ ਅਸੀਂ ਚੱਲ ਰਹੇ ਹਾਂ। ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰ ਇੱਕ ਮਸਲਾ ਜਿਹੜਾ ਹੈ ਟੇਬਲ ਟਾਕ ਦੇ ਰਾਹੀਂ ਹੱਲ ਹੋ ਸਕੇ, ਮਗਰ ਇਸ ਦਾ ਮਤਲਬ ਇਹ ਨਹੀਂ ਕਿ ਟੇਬਲ ਟਾਕ ਦੇ ਰਾਹੀਂ ਹੱਲ ਨਹੀਂ ਹੋਏਗਾ ਤਾਂ ਅਸੀਂ ਬਾਰ-ਬਾਰ ਟੇਬਲ ਨੂੰ ਥਪਥਪਾਉਂਦੇ ਰਹਾਂਗੇ, ਐਸਾ ਨਹੀਂ ਹੈ। ਪਿਛਲੀ ਵਾਰ ਵੀ ਫਿਟਨੈਸ ਦਾ ਮਸਲਾ ਸੀ, ਅਸੀਂ ਬੰਦ ਦੀ ਕਾਲ ਕੀਤੀ ਸੀ ਔਰ ਸਾਡਾ ਮਸਲਾ 14 ਤਰੀਕ ਨੂੰ ਹੱਲ ਹੋਇਆ ਸੀ ਵਿਸਾਖੀ ਵਾਲੇ ਦਿਨ। ਮਗਰ ਇਹ ਜਿਹੜਾ ਇਹ ਬਹੁਤ ਜ਼ਿਆਦਾ ਬਰਨਿੰਗ ਇਸ਼ੂ ਹੈ ਕਿਉਂਕਿ ਇਸ ਦੇ ਨਾਲ ਪੂਰੀ ਜੰਮੂ ਕਸ਼ਮੀਰ ਦੀ ਆਵਾਮ ਦੇ ਸੈਂਟੀਮੈਂਟ ਜੁੜੇ ਨੇ ਔਰ ਸਾਡੇ ਵੀਰ ਜਿਹੜੇ ਇੱਕ ਪੀਸਫੁਲ ਪ੍ਰੋਟੈਸਟ ਕਰ ਰਹੇ ਸਨ ਉੱਥੇ, ਉਹਨਾਂ ਵੀਰਾਂ ਨੂੰ ਪੁਲਿਸ ਨੇ ਜਾ ਕੇ ਜੇਲ੍ਹ ਵਿੱਚ ਬੰਦ ਕਰ ਲਿਆ, ਜਿਸ ਦੀ ਅਸੀਂ ਬੜੀ ਜ਼ਿਆਦਾ ਨਿਖੇਧੀ ਕਰਦੇ ਹਾਂ। ਸੋ ਅਸੀਂ ਕੱਲ ਸਾਰਿਆਂ ਨੇ ਬੈਠ ਕੇ ਪ੍ਰਧਾਨ ਸਾਹਿਬਾਨਾਂ ਸਾਰਿਆਂ ਨੇ ਬੈਠ ਕੇ ਇਹ ਡਿਸਾਈਡ ਕੀਤਾ ਹੈ ਕਿਉਂਕਿ ਹਮੇਸ਼ਾ ਅਸੀਂ ਕਿਹਾ ਸੀ ਕਿ ਸਟ੍ਰਾਈਕ ਜਦ ਵੀ ਕਰਨੀ ਹੈ ਅਸੀਂ ਟਰਾਂਸਪੋਰਟ ਖਿੱਤਾ ਜਿਹੜਾ ਹੈ ਅਸੀਂ ਪਬਲਿਕ ਦੇ ਲਈ ਹਾਂ ਕਿਉਂਕਿ ਅਸੀਂ ਸਕੂਲ ਵੇਖਣੇ ਨੇ, ਅਸੀਂ ਪਬਲਿਕ ਦਾ ਵੀ ਵੇਖਣਾ ਹੈ ਕਿ ਕੋਈ ਸਾਡੀ ਕਰਕੇ ਕੋਈ ਹੈਰੈਸ ਨਾ ਹੋਏ। ਇਸ ਲਈ ਅਸੀਂ 4-5 ਦਿਨਾਂ ਦਾ ਵਿੱਚ ਟਾਈਮ ਦੇ ਰਹੇ ਹਾਂ, 4-5 ਦਿਨਾਂ ਦਾ ਟਾਈਮ ਦੇ ਰਹੇ ਹਾਂ। ਅਸੀਂ ਇਹ ਡਿਸਾਈਡ ਕੀਤਾ ਹੈ ਕਿ ਸਾਡਾ ਅਗਲੇ ਆਉਣ ਵਾਲੇ ਵੀਰਵਾਰ ਨੂੰ ਲੈ ਕੇ ਵੀਰਵਾਰ ਤੋਂ ਸਾਡਾ ਬੰਦ ਜਿਹੜਾ ਹੈ ਉਹ ਅਨਿਸ਼ਚਿਤ ਕਾਲ ਦਾ ਬੰਦ ਹੋਏਗਾ ਜਦ ਤੱਕ ਇਹ ਮਸਲਾ ਹੱਲ ਨਹੀਂ ਹੁੰਦਾ। ਔਰ ਜਿਹੜੇ ਸਾਡੇ ਵੀਰ ਕਿਉਂਕਿ ਉਹਨਾਂ ਵੀਰਾਂ ਦੇ ਵਿੱਚ ਬੜੇ ਸਾਡੇ ਟਰਾਂਸਪੋਰਟਰ ਵੀਰ ਹਨ, ਸਾਡੇ ਇੱਕ ਅਖਨੂਰ ਰੋਡ ਦੇ ਇੱਧਰ ਦੇ ਛੰਮ ਰੋਡ ਦੇ ਸਾਡੇ ਵਾਈਸ ਪ੍ਰੈਜ਼ੀਡੈਂਟ ਹਨ ਜਿਹੜੇ ਇਸ ਵਕਤ ਜੇਲ੍ਹ ਵਿੱਚ ਹਨ। ਅਸੀਂ ਉਹਨਾਂ ਜਿਹੜੇ ਸਾਡੇ ਵੀਰਾਂ ਨੂੰ ਇਹਨਾਂ ਨੇ ਜੇਲ੍ਹ ਵਿੱਚ ਬੰਦ ਕੀਤੇ ਦਾ ਇਸ ਪ੍ਰੋਟੈਸਟ ਦੀ ਕਰਕੇ ਕਿਉਂਕਿ ਇਹ ਪ੍ਰੋਟੈਸਟ ਉਹ ਆਪਣੇ ਕਿਸੇ ਨਿੱਜੀ ਸਵਾਰਥ ਦੀ ਕਰਕੇ ਨਹੀਂ ਕਰ ਰਹੇ ਸਨ, ਇਹ ਜੰਮੂ ਕਸ਼ਮੀਰ ਦੀ ਆਵਾਮ ਦੇ ਲਈ ਕਰ ਰਹੇ ਸਨ। ਸੋ ਅਸੀਂ ਸਰਕਾਰ ਨੂੰ ਇਹ ਅਲਟੀਮੇਟਮ ਦਿੰਦੇ ਹਾਂ ਕਿ ਅਸੀਂ ਵੀਰਵਾਰ ਨੂੰ ਟਰਾਂਸਪੋਰਟ ਮਤਲਬ ਚੱਕਾ ਜਾਮ ਔਰ ਇਹ ਅਸੀਂ ਨੈਸ਼ਨਲ ਹਾਈਵੇ ਅਥਾਰਟੀ ਨੂੰ, ਉਹਨਾਂ ਦੇ ਮਿਨਿਸਟਰ ਨਿਤਿਨ ਗਡਕਰੀ ਨੂੰ ਔਰ ਸੈਂਟਰਲ ਦੀ ਬੀਜੇਪੀ ਸਰਕਾਰ ਨੂੰ ਅਸੀਂ ਇਹ ਜਿਹੜਾ ਚੇਤਾਵਨੀ ਦਿੰਦੇ ਹਾਂ ਕਿ ਅਗਰ ਵੀਰਵਾਰ ਤੋਂ ਪਹਿਲੇ ਇਹ ਮਸਲਾ ਹੱਲ ਨਹੀਂ ਹੋਇਆ ਤੇ ਫਿਰ ਅਸੀਂ ਦੱਸਾਂਗੇ ਟੋਲ ਕਿਸ ਤਰ੍ਹਾਂ ਉਖਾੜਿਆ ਜਾਂਦਾ ਹੈ ਜਾਂ ਟੋਲ ਕਿਸ ਤਰ੍ਹਾਂ ਬੰਦ ਕੀਤਾ ਜਾਂਦਾ ਹੈ ਕਿਉਂਕਿ ਟਰਾਂਸਪੋਰਟ ਜਿਹੜੀ ਹੈ ਪੂਰੀ ਜੰਮੂ ਕਸ਼ਮੀਰ ਦੀ ਆਵਾਮ ਦੇ ਨਾਲ ਖੜੀ ਹੈ ਔਰ ਆਵਾਮ ਦੇ ਹਿੱਤਾਂ ਦੀ ਆਵਾਜ਼ ਚੁੱਕਣ ਦੇ ਲਈ ਅਸੀਂ ਹਮੇਸ਼ਾ ਤਤਪਰ ਰਹੇ ਹਾਂ। ਔਰ ਇਸ ਵਕਤ ਅਸੀਂ ਫਿਰ ਇੱਕ ਵਾਰ ਨੈਸ਼ਨਲ ਹਾਈਵੇ ਅਥਾਰਟੀ ਨੂੰ, ਜੰਮੂ ਐਡਮਿਨਿਸਟ੍ਰੇਸ਼ਨ ਨੂੰ ਔਰ ਨਿਤਿਨ ਗਡਕਰੀ ਸਾਹਿਬ ਨੂੰ ਖਾਸ ਕਰਕੇ ਜਿਨ੍ਹਾਂ ਦੇ ਅੰਡਰ ਨੈਸ਼ਨਲ ਹਾਈਵੇ ਅਥਾਰਟੀ ਆਂਦੀ ਹੈ ਔਰ ਸੈਂਟਰਲ ਦੀ ਬੀਜੇਪੀ ਸਰਕਾਰ ਨੂੰ ਅਸੀਂ ਕੜੇ ਲਫ਼ਜ਼ਾਂ ਦੇ ਵਿੱਚ ਇਹ ਚੇਤਾਵਨੀ ਦਿੰਦੇ ਹਾਂ ਕਿ ਵੀਰਵਾਰ ਤੱਕ ਦਾ ਟਾਈਮ ਜੰਮੂ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਜਿਹੜੀ ਹੈ ਉਹ ਦੇ ਰਹੀ ਹੈ। ਉਸ ਤੋਂ ਬਾਅਦ ਅਸੀਂ ਅਨਿਸ਼ਚਿਤ ਕਾਲ ਦੀ ਹੜਤਾਲ ਤੇ ਬੈਠਾਂਗੇ ਜਦ ਤੱਕ ਇਹ ਮਸਲਾ ਹੱਲ ਨਹੀਂ ਹੋਏਗਾ। ਅਸੀਂ ਤਬ ਤੱਕ ਲਾਸਟ ਤੱਕ ਉਸ ਹੜਤਾਲ ਤੇ ਅਸੀਂ ਕਾਇਮ ਰਹਾਂਗੇ। ਉਹਦੇ ਵਿੱਚ ਕਾਰਨ ਇਹ ਹੈ ਕਿ 30 ਤਰੀਕ ਤੱਕ ਅਮਰਨਾਥ ਯਾਤਰਾ ਚਲੇ ਕਦੇ ਤਾਂ ਵੀ ਅਸੀਂ ਨਹੀਂ ਕਰੇ ਕੁਝ ਅਸੀਂ ਅਮਰਨਾਥ ਯਾਤਰਾ ਨੂੰ ਲੈ ਕੇ ਵੀ ਜਿਹੜਾ ਅਸੀਂ ਡਿਸਾਈਡ ਕੀਤਾ ਸੀ ਕਿ ਅਮਰਨਾਥ ਯਾਤਰਾ ਨੂੰ ਵੀ 3-4-5 ਦਿਨ ਰਹਿ ਗਏ। 30 ਤਰੀਕ ਅਮਰਨਾਥ ਯਾਤਰਾ ਵੀ ਖਤਮ ਹੋ ਜਾਏਗੀ। 31 ਤਰੀਕ ਤੋਂ ਅਸੀਂ 30 ਤਰੀਕ ਦਾ ਲਾਸਟ ਟਾਈਮ ਦਿੱਤਾ ਉਹਨਾਂ ਨੂੰ, 31 ਤਰੀਕ ਤੋਂ ਸਾਡਾ ਜਿਹੜਾ ਪ੍ਰੋਟੈਸਟ ਸ਼ੁਰੂ ਹੋਏਗਾ ਕਿਉਂਕਿ ਕਿਤੇ ਨਾ ਕਿਤੇ ਦੇਖੋ ਅਮਰਨਾਥ ਯਾਤਰਾ 'ਚ ਬਾਹਰ ਦੇ ਵੀ ਯਾਤਰੂ ਬੜੇ ਆਉਂਦੇ ਨੇ ਦੇ ਸਾਡੀ ਕਰਕੇ ਕੋਈ ਡਿਸਟਰਬ ਹੋਵੇ, ਜੰਮੂ ਕਸ਼ਮੀਰ ਦੀ ਛਵੀ ਖਰਾਬ ਛਵੀ ਜਾਏ, ਅਸੀਂ ਨਹੀਂ ਚਾਹੁੰਦੇ। ਸੋ ਅਸੀਂ ਫਿਰ ਇੱਕ ਵਾਰ ਅਲਟੀਮੇਟਮ ਦਿੰਦੇ ਹਾਂ ਸਰਕਾਰ ਨੂੰ ਕਿਉਂਕਿ ਸਾਡੀਆਂ ਉਹ ਜਿਹੜੀਆਂ ਗੱਡੀਆਂ ਸਾਡੀਆਂ ਗੱਡੀਆਂ ਪਿਛਲੇ ਵੈਸੇ ਹੀ 1 ਤਰੀਕ ਤੋਂ ਲੈ ਕੇ ਬੰਦ ਹਨ। ਸਾਡੇ ਕਠੂਏ ਰੂਟ ਦੀਆਂ, ਬਸੋਲੀ ਰੂਟ ਦੀਆਂ ਗੱਡੀਆਂ ਆਲਰੇਡੀ ਬੰਦ ਹਨ ਸਾਡੀਆਂ। ਉਹਨਾਂ ਵਾਸਤੇ ਕੀ ਸ਼ੁਕਰ ਦੇ ਕੀ ਸ਼ਨੀ ਦੇ ਕੀ ਹੈ, ਉਹ ਗੱਡੀਆਂ ਸਾਡੀਆਂ ਪਿਛਲੀਆਂ 1 ਮਹੀਨੇ ਦੀ ਆਲਰੇਡੀ ਬੰਦ ਚੱਲ ਰਹੀਆਂ। ਮਗਰ ਅਸੀਂ ਹੁਣ 31 ਤਰੀਕ ਵੀਰਵਾਰ ਤੋਂ ਲੈ ਕੇ ਅਗਰ ਇਹ ਮਸਲਾ ਹੱਲ ਨਹੀਂ ਹੁੰਦਾ, ਇੱਕ ਟੋਲ ਪਲਾਜ਼ਾ ਦਾ ਮਸਲਾ, ਦੂਜਾ ਜਿਹੜੇ ਸਾਡੇ ਵੀਰ ਜੇਲ੍ਹਾਂ 'ਚ ਭਰੇ ਹੋਏ ਹਨ ਬਿਨਾਂ ਕੇਸ ਉਹਨਾਂ ਦੇ ਪਾਏ ਦੇ ਉਹਨਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ ਅਸੀਂ। ਅਗਰ ਇਹ ਮਸਲੇ ਦੋ ਹੱਲ ਨਹੀਂ ਆਉਂਦੇ ਅਸੀਂ ਵੀਰਵਾਰ ਨੂੰ ਪੂਰੇ ਜੰਮੂ ਕਸ਼ਮੀਰ ਜੇਕੇ ਯੂਟੀ ਦੀ ਆਵਾਮ ਨੂੰ ਨਾਲ ਲੈ ਕੇ ਅਸੀਂ ਅਨਿਸ਼ਚਿਤ ਕਾਲ ਦੀ ਚੱਕਾ ਜਾਮ ਹੜਤਾਲ ਤੇ ਜਾ ਰਹੇ ਹਾਂ। ਔਰ ਮੈਂ ਇੱਕ ਵਾਰ ਸਾਰੀਆਂ ਸੰਸਥਾਵਾਂ ਨੂੰ
ਜਿਹਦੇ ਵਿੱਚ ਬਾਰ ਐਸੋਸੀਏਸ਼ਨ, ਚੈਂਬਰ ਆਫ ਕਾਮਰਸ, ਸਾਰਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਆਓ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਜੰਮੂ ਕਸ਼ਮੀਰ ਦੀ ਆਵਾਮ ਦੇ ਲਈ, ਜੰਮੂ ਕਸ਼ਮੀਰ ਦੇ ਹੱਕਾਂ ਦੇ ਲਈ ਆਓ ਲੜੀਏ। ਕਿਉਂਕਿ ਜਦ ਤੱਕ ਅਸੀਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਨਹੀਂ ਆਵਾਂਗੇ, ਵੱਖਰੇ ਵੱਖਰੇ ਆਪਣੀਆਂ ਕਰਕੇ ਅਸੀਂ ਲੜਾਈਆਂ ਕਰਾਂਗੇ, ਉੱਥੇ ਅਸੀਂ ਕਾਮਯਾਬ ਨਹੀਂ ਹੋਵਾਂਗੇ। ਮੈਂ ਇੱਕ ਵਾਰ ਬਾਰ ਐਸੋਸੀਏਸ਼ਨ ਨੂੰ ਔਰ ਚੈਂਬਰ ਆਫ ਕਾਮਰਸ ਨੂੰ ਸਾਰਿਆਂ ਨੂੰ ਇਨਵਾਈਟ ਕਰਦਾ ਕਿ ਆਓ ਸਾਰੀਆਂ ਸੰਸਥਾਵਾਂ ਅਸੀਂ ਇਕੱਠੇ ਹੋ ਕੇ ਵੀਰਵਾਰ ਤੋਂ ਲੈ ਕੇ ਅਨਿਸ਼ਚਿਤ ਕਾਲ ਦੀ ਸਟ੍ਰਾਈਕ ਤੇ ਜਾਈਏ। ਤੁਸੀਂ ਪੰਜਾਬ ਵਿੱਚ ਵੇਖਿਆ ਹੋਣਾ, ਜਦੋਂ ਐਜੀਟੇਸ਼ਨ ਚੱਲ ਰਹੀ ਸੀ, ਪੰਜਾਬ ਵਿੱਚ ਕਿਸੇ ਟੋਲ ਨੂੰ ਤਬ ਤੱਕ ਨਹੀਂ ਖੁੱਲਣ ਦਿੱਤਾ ਗਿਆ ਜਦ ਤੱਕ ਉਸ ਦਾ ਕੋਈ ਫੈਸਲਾ ਨਹੀਂ ਹੋ ਦਿੱਤਾ ਗਿਆ। ਤੇ ਫਿਰ ਅਸੀਂ ਕਿਉਂ ਪਿੱਛੇ ਆ? ਅਸੀਂ ਵੀ ਉਸ ਸਟੇਜ ਤੇ ਆ ਸਕਦੇ ਹਾਂ। ਇਸ ਕਰਕੇ ਮੈਂ ਇੱਕ ਵਾਰ ਫਿਰ ਤੋਂ ਬੀਜੇਪੀ ਸਰਕਾਰ ਨੂੰ, ਸੈਂਟਰਲ ਗਵਰਨਮੈਂਟ ਨੂੰ ਇਹ ਚੇਤਾਵਨੀ ਦਿੰਦਾ ਜੰਮੂ ਕਸ਼ਮੀਰ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਦੀ ਤਰਫੋਂ ਕਿ ਵੀਰਵਾਰ ਤੱਕ ਸਿਰਫ ਅਸੀਂ ਦੇਖਾਂਗੇ। ਵੀਰਵਾਰ ਤੋਂ ਲੈ ਕੇ ਸਮੂਹ ਜੰਮੂ ਕਸ਼ਮੀਰ ਦੀ ਆਵਾਮ, ਸਮੂਹ ਟਰਾਂਸਪੋਰਟਰ ਅਸੀਂ ਅਨਿਸ਼ਚਿਤ ਕਾਲ ਦੀ ਸਟ੍ਰਾਈਕ ਤੇ ਜਾਵਾਂਗੇ ਜੀ। ਆਵਾਜ਼ ਦਿਓ, ਆਵਾਜ਼ ਦਿਓ, ਆਵਾਜ਼